ਇਹ ਪਾਵਨ ਸ਼ਲੋਕ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਲੋਕ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਣਾਂ ਵਾਲੇ ਜਨੇਊ ਦਾ ਜ਼ਿਕਰ ਕੀਤਾ ਹੈ। ਇਸ ਗੱਲ ਨੂੰ ਅਸੀਂ ਭਲੀ ਭਾਂਤ ਪਿੱਛੇ ਵੀ ਸਮਝ ਕੇ ਆਏ ਹਾਂ। ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸ਼ਲੋਕ ਵਿਚਾਰਿਆ ਸੀ, ਸ਼ਾਮ ਕਹੈ ਸਿਤੰਬਰ ਸੁਆਮੀ ਸੱਚ ਮੈਂ ਆਛੈ ਸਾਚ ਰਹੇ, ਕਿ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਕਰਮ ਕਾਂਡਾਂ ਤੋਂ ਵਰਜਿਆ ਹੈ, ਕਰਮ ਕਾਂਡਾਂ ਦੇ ਵਿੱਚੋਂ ਬਾਹਰ ਕੱਢਿਆ ਹੈ, ਉੱਥੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਤਿਗੁਰੂ ਦੇ ਨਾਲ ਜੋੜਿਆ ਹੈ। ਅਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਮ ਕਾਂਡਾਂ ਦਾ ਭਰਵਾਂ ਵਿਰੋਧ ਕੀਤਾ ਹੈ। ਜੇਕਰ ਸਾਨੂੰ ਵੇਦਾਂ ਦੀ ਵਿਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤੀ ਹੈ ਤਾਂ ਵੇਦਾਂ ਦੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਪ ਦੀ ਹੈ। ਇਹ ਪਿੱਛੇ ਅਸੀਂ ਸਮਝ ਕੇ ਆਏ ਹਾਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿੱਥੇ ਪੁਜਾਰੀ ਵਾਲੇ ਪਿੱਪਰ ਵਾਲੇ ਜਨੇਊ ਦਾ ਵਿਰੋਧ ਕੀਤਾ ਹੈ, ਉੱਥੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਣਾਂ ਵਾਲੇ ਜਨੇਊ ਦਾ ਜ਼ਿਕਰ ਸਾਡੇ ਸਾਹਮਣੇ ਕੀਤਾ ਤੇ ਆਖਿਆ ਇਹ ਹਰੇਕ ਮਨੁੱਖ ਨੂੰ ਆਪਣੇ ਮਨ ਦੇ ਉੱਤੇ ਪਾਉਣਾ ਚਾਹੀਦਾ ਹੈ। ਤੇ ਇਹ ਮਨ ਦੇ ਉੱਤੇ ਪੈਂਦਾ ਹੈ। ਜਿਹੜਾ ਪਿੱਪਰ ਜਨੇਊ ਮਨੁੱਖ ਨੂੰ ਪਾਉਂਦਾ ਸੀ ਉੱਚੀ ਸ਼੍ਰੇਣੀ ਵਾਲਿਆਂ ਨੂੰ, ਉਹ ਤਨ ਦੇ ਉੱਤੇ ਪੈਂਦਾ ਸੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਨ ਵਾਲੇ ਜਨੇਊ ਦਾ ਜ਼ਿਕਰ ਕੀਤਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੋਚ ਬੜੀ ਵਿਸ਼ਾਲ ਹੈ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਮਰ ਜਨੇਊ ਪਾਉਣ ਵਾਲੀ ਹੋਈ ਹੈ, ਪੁਜਾਰੀ ਦੇ ਮੁਤਾਬਕ ਕਿ ਉੱਚੀ ਸ਼੍ਰੇਣੀ ਵਾਲਿਆਂ ਨੂੰ ਜਦੋਂ ਜਨੇਊ ਪਾਇਆ ਜਾਂਦਾ ਸੀ ਤਾਂ ਵੱਖ-ਵੱਖ ਉਮਰ ਦੇ ਪੀਰੀਅਡ ਵੀ ਸੀ, ਵੱਖ-ਵੱਖ ਰੁੱਤ ਹੁੰਦੀ ਸੀ ਤੇ ਵੱਖ-ਵੱਖ ਚੀਜ਼ਾਂ ਤੋਂ ਇਹ ਜਿਹੜਾ ਜਨੇਊ ਸੀ ਉਹ ਬਣਿਆ ਹੁੰਦਾ ਸੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਕਿ ਇਹ ਜਨੇਊ ਪਾਉਣ ਦੇ ਨਾਲ ਬੰਦਾ ਧਰਮੀ ਨਹੀਂ ਬਣ ਜਾਂਦਾ, ਪਰ ਇਸ ਮੈਸੇਜ ਨੂੰ, ਇਸ ਉਪਦੇਸ਼ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੂਰ ਦੂਰ ਤੱਕ ਪਹੁੰਚਾਉਣਾ ਵੀ ਹੈ। ਹੁਣ ਜਦੋਂ ਮਹਿਤਾ ਕਲਿਆਣ ਦਾਸ ਜੀ ਨੇ ਜੋ ਪ੍ਰਬੰਧ ਕੀਤਾ ਹੈ ਨਾ, ਉਹ ਇੱਕ ਵਿਆਹ ਦੀ ਤਰ੍ਹਾਂ ਕੀਤਾ ਹੈ। ਜਿਸ ਤਰ੍ਹਾਂ ਲੜਕੇ ਦਾ ਘਰ ਦੇ ਵਿੱਚ ਵਿਆਹ ਹੋਵੇ ਤੇ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਨਾ, ਬੜੇ ਦੂਰ ਦੂਰ ਤੋਂ ਰਿਸ਼ਤੇਦਾਰ ਨੇ ਜਿਹੜੇ ਆਪਣਾ ਜਿਹੜਾ ਸ਼ਰੀਕਾ ਹੈ ਉਹ ਸੱਦਿਆ ਜਾਂਦਾ ਹੈ। ਇਸੇ ਤਰ੍ਹਾਂ ਮਹਿਤਾ ਕਲਿਆਣ ਦਾਸ ਜੀ ਨੇ ਸਭਨਾਂ ਨੂੰ ਸੱਦਿਆ ਦਿੱਤੇ ਨੇ, ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਪਟਵਾਰੀ ਸਨ ਤੇ ਦੂਰ ਦੂਰ ਤੋਂ ਲੋਕਾਂ ਨੇ ਆਉਣਾ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਪਾਇਆ ਜਾਣਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਣਦੇ ਸਨ ਕਿ ਜੇਕਰ ਇਸ ਮੈਸੇਜ ਨੂੰ ਦੂਰ ਦੂਰ ਤੱਕ ਪਹੁੰਚਾਉਣਾ ਹੈ ਤਾਂ ਭਰੇ ਇਕੱਠ ਦੇ ਵਿੱਚ ਇਹ ਗੱਲ ਕੀਤੀ ਜਾਏ ਤਾਂ ਲੋਕਾਂ ਦੇ ਵਿੱਚ ਹਲਚਲ ਜ਼ਰੂਰ ਮਚੇਗੀ। ਦੂਰ ਦੂਰ ਤੱਕ ਇਹ ਚਰਚਾ ਦਾ ਵਿਸ਼ਾ ਬਣ ਜਾਵੇਗਾ ਕਿ ਮਹਿਤਾ ਕਲਿਆਣ ਦਾਸ ਜੀ ਦੇ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਹੈ ਤੇ ਨਾਲ ਜਨੇਊ ਪਾਉਣ ਵਾਲੇ ਦੱਸਿਆ ਵੀ ਹੈ ਜਨੇਊ ਕਿਹੜਾ ਹੈ, ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਇਹ ਉਪਦੇਸ਼ ਹੈ ਕਿ ਏਕ ਪਿਤਾ ਏਕਸ ਕੇ ਹਮ ਵਾਰਿਕ ਤੂੰ ਮੇਰਾ, ਗੁਰ ਹਾਈ ਇੱਕ ਅਕਾਲ ਪੁਰਖ ਦੇ ਸਾਰੇ ਬੱਚੇ ਨੇ ਤੇ ਇੱਕ ਬਰਾਬਰ ਨੇ। ਪਰ ਜਿਹੜਾ ਜਨੇਊ ਬਿੱਪਰ ਵੱਲੋਂ ਪਾਇਆ ਜਾਂਦਾ ਸੀ ਤਾਂ ਇਹ ਤਿੰਨ ਸ਼੍ਰੇਣੀਆਂ ਨੇ ਜਿਹੜੀਆਂ ਸਿਰਫ ਉਹ ਹੀ ਪਾ ਸਕਦੀਆਂ ਸਨ। ਪਰ ਗੁਰਬਾਣੀ ਦਾ ਉਪਦੇਸ਼ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਾਹੁ ਵਰਨਾ ਕੋ ਸਾਂਝਾ। ਪਰ ਬਿੱਪਰ ਵੱਲੋਂ ਬਣਿਆ ਹੋਇਆ ਜਿਹੜਾ ਜਨੇਊ ਸੀ ਤਿੰਨ ਸ਼੍ਰੇਣੀਆਂ ਪਾ ਸਕਦੀਆਂ ਸਨ। ਬ੍ਰਾਹਮਣ ਆਪ ਉੱਚਾ ਬਣ ਕੇ ਬਹਿੰਦਾ ਸੀ, ਉਹ ਪਾ ਸਕਦਾ ਸੀ, ਖੱਤਰੀ ਪਾ ਸਕਦਾ ਸੀ, ਵੈਸ਼ ਸ਼ੂਦਰ ਵਾਸਤੇ ਕੋਈ ਧਾਗਾ ਬਣਿਆ ਹੀ ਨਹੀਂ ਸੀ, ਕਿਉਂਕਿ ਜਦੋਂ ਮਾਨਵਤਾ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਖੱਤਰੀ ਬ੍ਰਾਹਮਣ ਸ਼ੂਦ ਤੇ ਵੈਸ਼, ਤੇ ਵੈਸ਼ ਦੇ ਹਿੱਸੇ ਕੀ ਆਇਆ, ਸ਼ੂਦਰ ਦੇ ਹਿੱਸੇ ਕੀ ਆਇਆ ਕਿ ਇਹ ਸਿਰਫ ਲੋਕਾਂ ਦੀ ਸੇਵਾ ਕਰਨ, ਲੋਕਾਂ ਦਾ ਕੰਮਕਾਰ ਕਰਦੇ ਰਹਿਣ। ਤੇ ਅੱਜ ਵੀ ਹਾਲਾਤ ਇਹ ਹੀ ਨੇ, ਸ਼ੂਦਰਾਂ ਨੂੰ ਤਾਂ ਬਿਲਕੁਲ ਹੀ ਨੀਵਾਂ ਮੰਨਿਆ ਜਾਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਨਾ ਨਹੀਂ ਕੀਤੀ। ਵੈਸੇ ਇਸ ਪਾਵਨ ਸ਼ਲੋਕ ਦੇ ਨਾਲ ਇਹ ਗੱਲ ਪ੍ਰਚਲਿਤ ਕਰ ਦਿੱਤੀ ਗਈ ਕਿ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਨੇਊ ਪਾਉਣ ਤੋਂ ਨਾ ਕੀਤੀ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਨਹੀਂ ਕੀਤੀ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਮੈਂ ਜਨੇਊ ਪਾਉਣ ਨੂੰ ਤਿਆਰ ਹਾਂ। ਜਿਵੇਂ ਕੋਈ ਗਾਹਕ ਦੁਕਾਨ ਦੇ ਵਿੱਚ ਸਮਾਨ ਲੈਣ ਲਈ ਜਾਂਦਾ ਹੈ ਨਾ, ਜਾ ਕੇ ਪੁੱਛਦਾ ਕਿ ਇਸ ਕੁਆਲਿਟੀ ਦਾ ਤੇਰੇ ਕੋਲ ਸਮਾਨ ਹੈ। ਜੇਕਰ ਅੱਗੋਂ ਦੁਕਾਨਦਾਰ ਕਵੇ ਕਿ ਮੇਰੇ ਕੋਲ ਨਹੀਂ ਹੈ ਤਾਂ ਠੀਕ ਹੈ, ਵਾਪਸ ਚਲਾ ਜਾਏਗਾ। ਲੈਣ ਦੇ ਲਈ ਤੇ ਗਿਆ ਹੈ, ਪਰ ਜੇਕਰ ਬੈਸਟ ਕੁਆਲਿਟੀ ਨਹੀਂ, ਲੈਣ ਲਈ ਗਾਹਕ ਸਮਾਨ ਲੈਣ ਨਹੀਂ ਜਾਂਦਾ, ਪਰ ਜੇਕਰ ਨਹੀਂ ਹੈਗਾ ਤਾਂ ਠੀਕ ਹੈ, ਜੇਕਰ ਹੈ ਤਾਂ ਮੈਨੂੰ ਦੇ ਦੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਜਨੇਊ ਮੈਂ ਪਾਵਾਂਗਾ, ਤਿਆਰ ਹਾਂ, ਮੈਂ ਨਾ ਨਹੀਂ ਕਰਦਾ, ਪਰ ਜਨੇਊ ਮੈਂ ਦੱਸਾਂਗਾ। ਉਸ ਜਨੇਊ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਕੀਤਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਾਟ। ਹੁਣ ਇੱਕ ਗੱਲ ਦਾ ਗੁਰੂ ਪਿਆਰ ਵਾਲਿਓ ਧਿਆਨ ਰੱਖਣਾ ਹੈ ਕਿ ਜਦੋਂ ਵਿਪਰ ਉੱਚੀ ਸ਼੍ਰੇਣੀ ਵਾਲਿਆਂ ਨੂੰ ਜਨੇਊ ਪਾਇਆ ਕਰਦਾ ਸੀ ਤਾਂ ਇਸ ਜਨੇਊ ਨੂੰ ਪਾਉਣ ਦਾ ਸਮਾਂ ਜਿਹੜਾ ਉਹ ਵੀ ਵੱਖ-ਵੱਖ ਸੀ, ਤੇ ਵੱਖ-ਵੱਖ ਚੀਜ਼ਾਂ ਤੋਂ ਇਹ ਜਿਹੜਾ ਜਨੇਊ ਬਣਿਆ ਹੁੰਦਾ ਸੀ, ਰੁੱਤਾਂ ਹੀ ਵੱਖ-ਵੱਖ ਸਨ। ਤਿੰਨ ਸ਼੍ਰੇਣੀ ਜਨੇਊ ਪਾਇਆ ਜਾਂਦਾ ਸੀ, ਖੱਤਰੀ, ਬ੍ਰਾਹਮਣ ਤੇ ਵੈਸ਼। ਸ਼ੂਦਰ ਵਾਸਤੇ ਕੋਈ ਧਾਗਾ ਨਹੀਂ ਬਣਿਆ। ਤੇ ਜਿਹੜਾ ਬ੍ਰਾਹਮਣ ਨੂੰ ਜਨੇਊ ਪਾਇਆ ਜਾਂਦਾ ਸੀ ਉਹ ਬਸੰਤ ਰੁੱਤ ਦੇ ਵਿੱਚ ਪਾਉਂਦੇ ਸੀ, ਤੇ ਜਿਹੜਾ ਖੱਤਰੀ ਹੈ ਉਸ ਨੂੰ ਪਾਇਆ ਕਰਦੇ ਸੀ ਗਰਮੀ ਦੇ ਵਿੱਚ, ਤੇ ਵੈਸ਼ ਨੂੰ ਪਾਇਆ ਕਰਦੇ ਸਨ ਸਰਦੀ ਦੇ ਵਿੱਚ, ਸਿਆਲ ਦੇ ਵਿੱਚ ਇਹ ਜਨੇਊ ਪਾਇਆ ਜਾਂਦਾ ਸੀ। ਜਿਹੜਾ ਬ੍ਰਾਹਮਣ ਦਾ ਜਨੇਊ ਹੈ ਇਹ ਕਪਾਹ ਤੋਂ ਬਣਿਆ ਹੁੰਦਾ ਸੀ, ਤੇ ਜਿਹੜਾ ਖੱਤਰੀ ਦਾ ਹੈ ਇਹ ਸਣ ਤੋਂ ਬਣਿਆ ਹੁੰਦਾ ਸੀ, ਤੇ ਜਿਹੜਾ ਵੈਸ਼ ਦਾ ਹੈ ਇਹ ਜਨੇਊ ਬਣਿਆ ਹੁੰਦਾ ਸੀ ਭੇਡੂ ਦੀ ਉੱਨ ਤੋਂ। ਵੱਖ-ਵੱਖ ਚੀਜ਼ਾਂ ਤੋਂ ਹੀ ਬਣਿਆ ਹੋਇਆ ਹੈ, ਵੱਖ-ਵੱਖ ਹੀ ਰੁੱਤਾਂ ਨੇ ਤੇ ਵੱਖ-ਵੱਖ ਹੀ ਸਮੇਂ ਦੇ ਜਿਹੜਾ ਪੀਰੀਅਡ ਹੈ ਉਹ ਬਣਿਆ ਹੁੰਦਾ ਸੀ। ਤੇ ਬ੍ਰਾਹਮਣ ਨੂੰ ਜਨੇਊ 9 ਸਾਲ ਦੀ ਉਮਰ ਵਿੱਚ ਪਾਇਆ ਜਾਂਦਾ ਸੀ, ਖੱਤਰੀ ਨੂੰ ਪਾਇਆ ਜਾਂਦਾ ਸੀ 11 ਸਾਲ ਦੀ ਉਮਰ ਦੇ ਵਿੱਚ, ਤੇ ਜਿਹੜਾ ਵੈਸ਼ ਹੈ ਉਸ ਨੂੰ 12 ਸਾਲ ਦੀ ਉਮਰ ਦੇ ਵਿੱਚ ਜਨੇਊ ਪਹਿਨਾਇਆ ਜਾਂਦਾ ਸੀ। ਹੁਣ ਅਕਾਲ ਪੁਰਖ ਇੱਕ ਦੇ ਸਾਰੇ ਬੱਚੇ ਨੇ, ਹੁਣ ਜਨੇਊ ਸਾਰਿਆਂ ਨੂੰ ਵੱਖ-ਵੱਖ ਪਾਇਆ ਜਾ ਰਿਹਾ ਹੈ। ਤੇ ਇਸੇ ਤਰ੍ਹਾਂ ਹੀ ਪੁਜਾਰੀਵਾਦ ਨੇ ਤਿਉਹਾਰਾਂ ਦੀ ਵੰਡ ਕੀਤੀ। ਵਿਸਾਖੀ ਆਪ ਲੈ ਲਈ। ਪਤਾ ਸੀ ਕਿ ਵਿਸਾਖੀ ਵੇਲੇ ਜਜਮਾਨ ਦੇ ਘਰ ਦੇ ਵਿੱਚ 4 ਮਣ ਦਾਣੇ ਆਉਣਗੇ ਤੇ ਮੈਨੂੰ ਵੀ ਦੇ ਕੇ ਜਾਣਗੇ, ਤੇ ਖੱਤਰੀ ਨੂੰ ਤੇ ਵੈਸ਼ ਨੂੰ ਇਹਨਾਂ ਨੂੰ ਦੇ ਦਿੱਤੇ ਤਿਉਹਾਰ। ਦੀਵਾਲੀ ਤੇ ਦੁਸਹਿਰਾ ਵੰਡ ਦਿੱਤਾ, ਤੇ ਸ਼ੂਦਰਾਂ ਦੇ ਹਿੱਸੇ ਆਇਆ ਇੱਕ ਦੂਜੇ ਤੇ ਗੰਦ ਸੁੱਟ ਕੇ ਹੋਲੀ ਦਾ ਤਿਉਹਾਰ ਜਿਹੜਾ ਇਹਨਾਂ ਨੂੰ ਦੇ ਦਿੱਤਾ। ਹੁਣ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ। ਪਾਤਸ਼ਾਹ ਜੀ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਬਾਹਮਣ ਦੇ ਹਿਸਾਬ ਦੇ ਨਾਲ, ਪੁਜਾਰੀ ਦੇ ਹਿਸਾਬ ਦੇ ਨਾਲ ਜਿਹੜਾ ਬੰਦਾ ਇਸ ਜਨੇਊ ਨੂੰ ਪਾ ਲੈਂਦਾ ਸੀ ਉਹ ਧਰਮੀ ਬਣ ਜਾਂਦਾ ਸੀ। ਪਰ ਬਾਬਾ ਕਬੀਰ ਸਾਹਿਬ ਜੀ ਵਰਗੇ ਯੋਧਿਆਂ ਨੇ ਪੁਜਾਰੀ ਦੇ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਕੀਤਾ ਕਿ ਤੁਹਾਡੇ ਕਹਿਣ ਦੇ ਮੁਤਾਬਕ ਜਿਹੜਾ ਬੰਦਾ ਇਸ ਜਨੇਊ ਨੂੰ ਪਾ ਲੈਂਦਾ ਧਰਮੀ ਬਣ ਜਾਂਦਾ ਹੈ, ਵੱਡਾ ਬਣ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਮ ਘਰ ਸੂਤ ਤਨੈ ਨਿਤ ਤਾਣਾ ਕੰਠ ਜਨੇਊ ਤੁਮਾਰੇ ਤੁਮ ਤੋ ਪੜੋ ਵੇਦ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਇੱਕ ਧਾਗਾ ਪਾਉਣ ਦੇ ਨਾਲ ਬੰਦਾ ਧਰਮੀ ਬਣ ਜਾਂਦਾ, ਕਹਿੰਦੇ ਸਾਡਾ ਤਾਂ ਕੰਮ ਹੀ ਧਾਗੇ ਦਾ, ਇਸ ਤੇ ਜਲਾਏ ਹਮ ਘਰ ਸੂਤ ਤਨੈ ਨਿਤ ਤਾਣਾ। ਰੋਟੀ ਖਾਂਦੇ ਹਾਂ ਤਾਂ ਵੀ ਕਦੀ ਪੈਰਾਂ 'ਚ ਉਲਝਿਆ ਰਹਿੰਦਾ ਹੈ, ਕਦੀ ਹੱਥਾਂ 'ਚ ਉਲਝਿਆ ਰਹਿੰਦਾ, ਸਾਰਾ ਦਿਨ ਧਾਗੇ ਵਿੱਚ ਹੀ ਰਹਿੰਦਾ। ਫਿਰ ਤਾਂ ਤੁਹਾਡੇ ਨਾਲੋਂ ਵੱਡੇ ਧਰਮੀ ਅਸੀਂ ਹੋ ਗਏ, ਤੁਹਾਡੇ ਨਾਲ ਵੱਡੇ ਅਸੀਂ ਹੋ ਗਏ। ਹਮ ਘਰ ਸੂਤ ਤਨੈ ਨਿਤ ਤਾਣਾ ਕੰਠ ਜਨੇਊ ਤੁਮਾਰੇ। ਤੇਰੀ ਗਲੇ ਦੇ ਵਿੱਚ ਇੱਕ ਹੀ ਰੱਸੀ ਦੀ ਪਾਈ ਹੋਈ ਹੈ। ਤੁਮ ਤੋਂ ਪੜੋ ਵੇਦ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਤੁਸੀਂ ਗਾਇਤਰੀ ਮੰਤਰ ਪੜ੍ਹਦੇ ਹੋ ਪਰ ਸਾਡੇ ਹਿਰਦੇ ਦੇ ਅੰਦਰ ਗੋਬਿੰਦ ਹਿਰਦੈ ਹਮਾਰੇ। ਧਰਤੀ ਦਾ ਮਾਲਕ ਗੋਬਿੰਦ ਕਹਿੰਦਾ ਸਾਡੇ ਹਿਰਦੇ ਦੇ ਅੰਦਰ ਵਸਦਾ ਹੈ। ਇਸ ਭਾਰਤ ਦੀ ਧਰਤੀ ਦੇ ਉੱਤੇ ਇਸਤਰੀ ਨੂੰ ਇੰਨਾ ਨੀਵਾਂ ਮੰਨਿਆ ਗਿਆ ਸੀ ਨਾ। ਹੁਣ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੰਡਤ ਹਰਦਿਆਲ ਜਨੇਊ ਪਾਉਣ ਲੱਗਿਆ, ਤਿਆਰੀ ਸਾਰੀ ਕੀਤੀ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੁਲਾਇਆ ਗਿਆ ਕਿ ਹੁਣ ਸੱਦਿਆ ਜਾਏ। ਮਹਿਤਾ ਕਲਿਆਣਦਾਸ ਜੀ ਨੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਵਾਜ਼ ਮਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਕੇ ਬੈਠ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੁਝ ਨਹੀਂ ਆਖਿਆ। ਪਰ ਜਦੋਂ ਪੰਡਤ ਹਰਦਿਆਲ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਨੇਊ ਪਾਉਣ ਲੱਗਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਵਾਲ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜਨੇਊ ਪਾਉਣ ਦੇ ਨਾਲ ਹੁੰਦਾ ਕੀ ਹੈ? ਤਾਂ ਪੰਡਤ ਹਰਦਿਆਲ ਨੇ ਆਖਿਆ ਇਹ ਜਨੇਊ ਪਾਉਣ ਦੇ ਨਾਲ ਬੰਦਾ ਧਰਮੀ ਬਣ ਜਾਂਦਾ ਹੈ, ਵੱਡਾ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਗੋਂ ਆਖਿਆ, ਕਹਿੰਦੇ
मैं अज तक अपनी माँ का दुध पीता है, अपनी माँ के तन के उत्ते ये जनेऊ नहीं वेखिया, ये रस्सी ये धागा नहीं वेखिया। मेरी भैन बेबे नानकी मेरे तो 5 साल वड्डी है, उसके तन के उत्ते जनेऊ नहीं है। मेरे दोस्त मित्र मेरे नाल खेडते ने, उन्होंने तन के उत्ते मैं कदी ये धागा नहीं वेखिया। हुण जदों गुरु नानक साहिब महाराज ने ये गल आखी ना कि मैनू धर्मी बनाउण तो पहला तुसीं मेरी माँ नूं ये जनेऊ पहनाओ, ये धागा पहनाओ, मेरे तो पहला मेरी माँ नूं धर्मी बनाओ, तो पुजारी कोल अगे कोई जवाब नहीं सी। हुण किवें कह दिंदा कि ये जनेऊ इस्त्री वास्ते नहीं बनिया। जदों गुरु नानक साहिब महाराज ने पूछया ना कि मेरी माँ के तन ते यह धागा मैं वेखिया नहीं, तो पंडित हरदयाल कहंदा इस्त्री वास्ते धागा बनिया नहीं। गुरु नानक साहिब महाराज कहंदे हद हो गई तेरे वाली, एक बने तू कह रहे हैं कि जिहड़ा नहीं पाउंदा वो अधर्मी है, जिहड़ा पा लैंदा धर्मी बन जाता है। तो जेकर मैं ये जनेऊ पा के धर्मी बन गया तो मेरी माँ सारी उम्र जिसने मैंने जन्म दिता वो अधर्मी रहेगी। मेरी भैन मेरे तो 5 साल वड्डी है, वो सारी उम्र अधर्मी रहेगी। मेरे दोस्त मित्र जिहड़े मेरे नाल खेडदे ने सारी उम्र ये धर्मी रहणगे। पंडित हरदयाल चुप हो गया। गुरु नानक साहिब महाराज जी ने आख्या पहले मेरी माँ मेरी भैन तो मेरे दोस्त मित्रों को पहनाओ तो फिर मैं जनेऊ पा लवांगा। पंडित हरदयाल कहता कि ये जनेऊ इस्त्री वास्ते नहीं है, ये जनेऊ नीवी श्रेणी वास्ते नहीं बनया होया, शूद्रा वास्ते नहीं है, सिर्फ उच्च श्रेणी वास्ते बनया है। हुण गुरु नानक साहिब महाराज इस गल नूं भली भांत जानते सन। गुरु नानक साहिब महाराज जी कहते तेरे हिसाब दे नाल तुहाडे धार्मिक ग्रंथां दे मुताबिक ਜਿਹੜਾ जनेऊ पाउण दे नाल मैं अपनी माँ तो उच्चा हो जावां, मैं धर्मी बन जावां ते मेरी माँ सारी उम्र नीवी रहे, कहते मैं वो धागा नहीं पाउंदा। जिस धागा पाउण दे नाल मैं अपनी भैन दे नाल वड्डा बन जावां, है मैं छोटा 5 साल, वो जनेऊ मैं नहीं पाउणा। जिहड़ा जनेऊ पाउण दे नाल मेरे ते मेरे दोस्तां दे विच वितकरा भेद भाव पैदा हो जाण, वो जनेऊ मैं नहीं पावांगा। जे तेरे कोल जनेऊ दया कपाह संतोख सूत जत गंढी 7 वट, ये जनेऊ जी का हाई तां पांडे घत, जेकर ये तेरे को जनेऊ है तो मैनू पा दे। हुण भारत की धरती उत्ते इस्त्री बड़ा नीवा मन्निया जाता सी। जिथे महात्मा बुद्ध वर्गिया ने अपने भिक्षियां नूं ये गल आखी कि जदों पिंड दे विच तुसीं भिक्षा लैण जाणी है तो 5 फुट तो उत्ते निगाह करके नहीं वेखना। जेकर तुसी इस्त्री के चेहरे वाल वेख रहे हो तुसी अपने अमान तो अपने धर्म तो डोल जाओगे। तुसी 5 फुट तो उत्ते नहीं वेखना, तुहाडा ईमान डोल जाएगा। जो तुलसीदास वर्गिया ने इस्त्री नूं पशुओं की कतार दे विच लिया के खड़ा कर दिता। जिस वेले इस्त्री नूं निंदिया जा रहा सी, बघियाड़ा ना आखिया जा रहा सी, उस वेले पातशाह जी के विचार ने धन श्री गुरु ग्रंथ साहिब महाराज जी की पावन बाणी के बोल ने इस जग में पुरख एक है, होर सगली नार सुबाई। अपने आप को गुरु साहिबाना ने इस्त्री रूप दे विच पेश किया। गुरबाणी दे विच आवो भैणे गल मिलै अंक सहेलड़ियां, मिलके करें कहानियां समर्थ कंत कियां। गुरु नानक साहिब महाराज जी की विचार बड़ी निवेकली है। गुरु नानक साहिब महाराज जी कहते सो क्यों मंदा आखिए जित जन्मै राजान। इस्त्री नूं माड़ा नहीं कहना चाहिए, इस्त्री नूं बनदे हक ने जिहड़े देने चाहिए, पर इत्थे इस्त्री नूं पशुओं की कतार दे विच लिया के खड़ा कर दिता। गुरु नानक साहिब महाराज जी ने आख्या इस जग में पुरख एक है भलिओ, इस जग दे विच पुरख सिर्फ तो सिर्फ एक है, बाकी सारे चाहे मर्द है चाहे वो इस्त्री है, असी सारे अकाल पुरख दियां जीव रूप इस्त्रियां हाँ। गुरु नानक साहिब महाराज ने सबना बराबर कर दिता। हुण जिहड़े लोग कई बार ये गल्लां कह दिंदे ने कि धर्म एक है, सारे धर्म एक ही हैं, धर्म तो वैसे एक है, पर कई लोग ये गल्लां कहते हैं कि सारे धर्म एक ही ने, पर वैसे धर्म एक है। गुरु अर्जन साहिब महाराज ने आख्या सर्व धर्म है श्रेष्ठ धर्म, हर को नाम जप निर्मल कर। मैं पहला भी कई बार जिक्र किया अकाल पुरख एक है तो उसके बहुते धर्म नहीं, धर्म एक है। मजहब मत वख वख हो सकते हैं, धर्म सबना का एको ही है। एको धर्म जड़ा सच कोई गुरमत पूरा, जुग जुग सोई जेड़ा बड़े लंबे समय तो लगातार एक रस चलिया आ रहा है। जेकर धर्म को समझा जाए
ਤਾਂ ਬੰਦੇ ਨੂੰ ਸੰਸਾਰ ਦੇ ਵਿੱਚ ਆਉਣ ਦੇ ਮਨੋਰਥ ਬਾਰੇ ਸਮਝ ਲੱਗ ਜਾਂਦਾ, ਆਪਣੀ ਜ਼ਿੰਮੇਵਾਰੀਆਂ ਬਾਰੇ ਪਤਾ ਲੱਗ ਜਾਂਦਾ ਹੈ ਕਿ ਸਾਡੀਆਂ ਸੰਸਾਰ ਦੇ ਵਿੱਚ ਆਉਣ ਤੋਂ ਬਾਅਦ ਜ਼ਿੰਮੇਵਾਰੀਆਂ ਕੀ ਬਣਦੀਆਂ ਨੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਨੂੰ ਕਲੀਅਰ ਕੀਤਾ ਕਿ ਇਸਤਰੀ ਵੀ ਬਰਾਬਰ ਹੈ ਤੇ ਪੁਰਸ਼ ਵੀ ਬਰਾਬਰ ਨੇ। ਇਸ ਸੰਸਾਰ ਦੇ ਵਿੱਚ ਅਕਾਲ ਪੁਰਖ ਇੱਕ ਹੈ, ਖਸਮ ਇੱਕ ਹੈ ਸਾਰਿਆਂ ਦਾ, ਤੇ ਬਾਕੀ ਸਾਰੀਆਂ ਉਸ ਦੀਆਂ ਜੀਵ ਰੂਪ ਇਸਤਰੀਆਂ ਹਨ। ਹੁਣ ਕਈ ਲੋਕ ਕਹਿੰਦੇ ਨੇ ਕਿ ਸਾਰੇ ਧਰਮ ਇੱਕ ਬਰਾਬਰ ਨੇ, ਮਜ਼ਹਬ ਵੱਖ-ਵੱਖ ਹੋ ਸਕਦੇ, ਧਰਮ ਤਾਂ ਇੱਕੋ ਹੀ ਹੈ। ਹੁਣ ਜੇਕਰ ਹਿੰਦੂ ਮਤ ਦੀ ਅਸੀਂ ਗੱਲ ਕਰ ਲਈਏ ਤਾਂ ਉਹਦੇ ਵਿੱਚ ਇਸਤਰੀ ਨੂੰ ਜਨੇਊ ਨਹੀਂ ਪਾਇਆ ਜਾਂਦਾ, ਨੀਵੀਂ ਸ਼੍ਰੇਣੀ ਵਾਲਿਆਂ ਨੂੰ ਜਨੇਊ ਨਹੀਂ ਪਾਇਆ ਜਾਂਦਾ। ਪਰ ਜੇਕਰ ਅਸੀਂ ਸਾਡੀ ਗੱਲ ਕਰੀਏ ਤਾਂ ਇੱਥੇ ਖੰਡੇ ਦੀ ਪੌਲ ਇਸਤਰੀ ਵੀ ਲੈ ਸਕਦੀ ਹੈ, ਭੈਣ ਵੀ ਲੈ ਸਕਦੀ ਹੈ। ਤੇ ਇੱਥੇ ਵਿਪਰ ਦੇ ਹਿਸਾਬ ਦੇ ਨਾਲ ਜਿਨ੍ਹਾਂ ਨੀਵੀਂ ਸ਼੍ਰੇਣੀ ਦਾ ਮੰਨਿਆ ਜਾਂਦਾ, ਸ਼ੂਦਰ ਮੰਨਿਆ ਜਾਂਦਾ, ਉਹ ਵੀ ਖੰਡੇ ਦੀ ਪੌ ਲੈ ਸਕਦੇ ਨੇ। ਇੱਥੋਂ ਤੱਕ ਖੰਡੇ ਦੀ ਪੌ ਲੈਣ ਦੀ ਗੱਲ ਤਾਂ ਦੂਰ ਦੀ, ਉਹ ਆਪ ਜਦੋਂ ਖੰਡੇ ਦੀ ਪੌ ਤਿਆਰ ਕੀਤੀ ਜਾਂਦੀ ਹੈ ਉਹਦੇ ਵਿੱਚ ਸ਼ਾਮਿਲ ਵੀ ਹੋ ਸਕਦੇ ਨੇ। ਪਾਤਸ਼ਾਹ ਜੀ ਦੀ ਵਿਸ਼ਾਲ ਸੋਚ ਦੇਖੋ ਕਿੰਨੀ ਵਿਸ਼ਾਲ ਹੈ, ਇੱਕ ਬਰਾਬਰ ਸਭਨਾਂ ਨੂੰ ਕਰ ਦਿੱਤਾ ਨਾ। ਪਰ ਇੱਥੇ ਵੰਡ ਕੀਤੀ ਗਈ, ਚਾਹੇ ਉਹ ਮੁਸਲਮਾਨ ਮਤ ਦੀ ਗੱਲ ਕਰ ਲਈਏ ਅਸੀਂ ਤੇ ਚਾਹੇ ਹਿੰਦੂ ਮਤ ਦੀ ਅਸੀਂ ਗੱਲ ਕਰ ਲਈਏ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੰਡਤ ਹਰਦਿਆਲ ਨੂੰ ਇਹ ਗੱਲ ਆਖੀ ਕਿ ਜਿਹੜਾ ਜਨੇ ਤੂੰ ਪਾਉਣਾ ਚਾਹੁੰਦਾ ਉਹ ਜਨੇਊ ਮੈਂ ਨਹੀਂ ਪਾਵਾਂਗਾ। ਜੇ ਤੇਰੇ ਕੋਲ ਗੁਣਾਂ ਵਾਲਾ ਜਨੇਊ ਹੈ ਤਾਂ ਉਹ ਮੈਂ ਪਾਉਣ ਨੂੰ ਤਿਆਰ ਹਾਂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਥੇ ਪੰਡਤ ਹਰਦਿਆਲ ਨੂੰ ਆਖਿਆ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਪਾਤਸ਼ਾਹ ਜੀ ਕਹਿੰਦੇ ਮੈਨੂੰ ਕਪਾਹ ਤੋਂ ਬਣਿਆ ਹੋਇਆ ਜਨੇਊ ਨਹੀਂ ਚਾਹੀਦਾ, ਦਇਆ ਕਪਾਹ। ਕਹਿੰਦੇ ਜੇ ਤੇਰੇ ਕੋਲ ਦਇਆ ਹੈ ਤਾਂ ਮੈਨੂੰ ਦੇ ਦੇ, ਕਪਾਹ ਦੀ ਥਾਂ ਦਇਆ ਤੇਰੇ ਕੋਲ ਹੈ ਤਾਂ ਮੈਨੂੰ ਦੇ ਦੇ। ਦਇਆ ਕਪਾਹ ਸੰਤੋਖ ਸੂਤ, ਸੂਤ ਨਹੀਂ ਮੈਨੂੰ ਸੰਤੋਖ ਚਾਹੀਦਾ ਹੈ, ਇਹ ਗੁਣ ਚਾਹੀਦੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਜਤ ਗੰਢੀ, ਜਤ ਦੀਆਂ ਗੰਢਾਂ ਤੇ ਸੱਤ ਵੱਟ, ਸੱਤ ਦਾ ਇਸ ਨੂੰ ਵੱਟ ਚੜਿਆ ਹੋਇਆ। ਕਹਿੰਦੇ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ। ਕਹਿੰਦੇ ਇਹ ਜਨੇਊ ਮੰਨਦਾ ਹੈ ਜਿਹੜਾ ਤੂੰ ਪਵਾ ਰਿਹਾ ਸਰੀਰ ਤੇ ਪੈਂਦਾ ਹੈ, ਤੇ ਇਸ ਨੂੰ ਪਾਉਂਦਿਆਂ ਨਾਲ ਕੋਈ ਬੰਦਾ ਧਰਮੀ ਨਹੀਂ ਬਣ ਜਾਂਦਾ। ਪਾਤਸ਼ਾਹ ਜੀ ਕਹਿੰਦੇ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਇਹ ਜਨੇਊ ਹੈਗਾ ਤੇ ਮੈਂ ਪਾਉਣ ਨੂੰ ਤਿਆਰ ਹਾਂ, ਮੈਨੂੰ ਇਹ ਜਨੇਊ ਪਾ ਦੇ। ਹੁਣ ਪੰਡਤ ਹਰਦਿਆਲ ਦੇ ਕੋਲ ਕੋਈ ਜਵਾਬ ਵੀ ਨਹੀਂ ਸੀ, ਕਿਉਂਕਿ ਪੰਡਤ ਹਰਦਿਆਲ ਦੇ ਜੀਵਨ ਦੇ ਵਿੱਚ ਆਪਦੇ ਗੁਣ ਨਹੀਂ ਹੈਗੇ ਸੀ। ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੀ ਦੇ ਦੇਣੇ ਸੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਦਇਆ ਕਪਾਹ ਸੰਤੋਖ ਸੂਤ। ਅੱਜ ਜੇਕਰ ਅਸੀਂ ਸਾਡੀ ਗੱਲ ਕਰ ਲਈਏ, ਅਸੀਂ ਵੀ ਸਰੀਰ ਦੇ ਉੱਤੇ ਗਾਦਰੇ ਤਾਂ ਬੜੇ ਵੱਡੇ ਵੱਡੇ ਪਾਏ ਨੇ, ਕਿਰਪਾਨਾਂ ਪਾਈਆਂ ਨੇ, ਕੰਘੇ ਕੇਸਾਂ ਦੇ ਵਿੱਚ ਅਸੀਂ ਲਾਏ ਹੋਏ ਨੇ, ਕੜੇ ਪਾਏ ਨੇ, ਵੱਡੇ ਵੱਡੇ ਕਛਹਿਰੇ ਪਾਏ ਨੇ ਕਿ ਸਾਡੇ ਜੀਵਨ ਦੇ ਅੰਦਰ ਦਇਆ ਹੈ। ਕਿਸੇ ਦੂਜੇ ਗਰੀਬ ਨੂੰ ਵੇਖ ਕੇ, ਕਿਸੇ ਲੋੜਵੰਦ ਨੂੰ ਵੇਖ ਕੇ ਸਾਡੇ ਅੰਦਰ ਦਇਆ ਆਉਂਦੀ ਹੈ। ਤਾਂ ਫਿਰ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਆਖਿਆ, ਤੈ ਨਰ ਗਿਆ ਪੁਰਾਣ ਸੁਣ ਕੀਨਾ ਅਨ ਪਾਵਨੀ ਭਗਤ ਨੇ ਉਪਜੀ ਭੁੱਖੈ ਦਾਨ ਦੀਨਾ ਕਾਮ ਨ ਵਿਸਰਿਓ ਗੁਰੂ ਧਨ ਵਿਸਰ ਲੋਕ ਧਨ ਛੁਟਿਓ ਦੇਵਾ ਪਰ ਨਿੰਦਾ ਮੁਖ ਤੇ ਨੇ ਛੁਟੀ ਨੀ ਫਲ ਭਈ ਸਭ ਸੇਵਾ ਜੀ ਦਇਆ ਨੇ ਪਾਲੀ। ਉੱਥੇ ਵੀ ਪਾਤਸ਼ਾਹ ਜੀ ਨੇ ਜੀ ਦਇਆ ਨਹੀਂ ਪਾਲੀ। ਜੇਕਰ ਦਇਆ ਤਰਸ ਹੀ ਨਹੀਂ ਆਇਆ ਕਿਸੇ ਗਰੀਬ ਨੂੰ ਵੇਖ ਕੇ, ਕਿਸੇ ਲੋੜਵੰਦ ਨੂੰ ਵੇਖ ਕੇ, ਫਿਰ ਤੇਰੇ ਇਹ ਸਰੀਰ ਤੇ ਇਹ ਚਿੰਨ੍ਹ ਧਾਰਨ ਕਰਨ ਦਾ ਕੀ ਫਾਇਦਾ ਹੈ। ਦਇਆ ਕਪਾਹ ਸੰਤੋਖ ਸੁਖ ਤਰਸ ਨਹੀਂ ਹੈ। ਅੱਜ ਲੜਕੀ ਵਾਲਿਆਂ ਦੇ ਕੋਲੋਂ ਮਾਨਸਿਕ ਤੌਰ ਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਸਾਨੂੰ ਇੰਨਾ ਦਾਜ ਦਿਓ, ਇੰਨਾ ਪੈਸਾ ਦਿਓ ਕਿ ਤਾਂ ਅਸੀਂ ਤੁਹਾਡੀ ਕੁੜੀ ਦਾ ਰਿਸ਼ਤਾ ਆਪਣੇ ਮੁੰਡੇ ਦੇ ਨਾਲ ਕਰਾਂਗੇ। ਮਾਨਸਿਕ ਤੌਰ ਤੇ ਮਜਬੂਰ ਕੀਤਾ ਜਾ ਰਿਹਾ। ਤਰਸ ਹੈ। ਆਪਣੇ ਆਪ ਨੂੰ ਕਦੇ ਲੜਕੀ ਦੇ ਬਾਪ ਦੀ ਥਾਂ ਰੱਖ ਕੇ ਵੇਖਿਆ ਕਿ ਕਿਵੇਂ ਉਹ ਪੈਸਾ ਇਕੱਠਾ ਕਰਕੇ ਕਿੰਨੇ ਔਖਿਆਈ ਝੱਲ ਕੇ ਉਹ ਤੁਹਾਨੂੰ ਇਹ ਸਭ ਕੁਝ ਦੇ ਰਿਹਾ, ਪਰ ਨਹੀਂ ਮੂੰਹ ਪਾੜੇ ਜਾ ਰਹੇ ਨੇ ਕਿ ਇੰਨਾ ਦੇ ਦਿਓ ਤੇ ਅਸੀਂ ਤੁਹਾਡੀ ਧੀ ਦਾ ਰਿਸ਼ਤਾ ਕਰ ਲਵਾਂਗੇ। ਤਰਸ ਨਹੀਂ ਹੈ। ਅੱਜ ਘਰੇ ਬਜ਼ੁਰਗਾਂ ਨੂੰ ਵੇਖ ਕੇ ਮਾਂ ਬਾਪ ਨੂੰ ਬੰਦਾ ਪਾਣੀ ਦਾ ਘੁੱਟ ਪੁੱਛਣ ਨੂੰ ਤਿਆਰ ਨਹੀਂ ਹੈ, ਧੱਕੇ ਮਾਰ ਕੇ ਘਰੋਂ ਕੱਢਿਆ ਜਾਂਦਾ ਤੇ ਗਾਵਾਂ ਦੇ ਮਗਰ ਪੇੜੇ ਲੈ ਕੇ ਸਵੇਰੇ ਹੀ ਜਿਹੜਾ ਉਹਨਾਂ ਗਾਵਾਂ ਨੂੰ ਚਰਾਉਣ ਵਾਸਤੇ ਚਲੇ ਜਾਂਦੇ ਨੇ। ਸਵੇਰੇ ਸਵੇਰੇ ਪੱਠੇ ਲੈ ਕੇ ਗਾਵਾਂ ਨੂੰ ਪਾਏ ਜਾਂਦੇ ਨੇ, ਸ਼ਾਨਾਂ ਨੂੰ ਪਾਏ ਜਾਂਦੇ। ਮੈਂ ਨਹੀਂ ਕਹਿੰਦਾ ਨਾ ਪਾਓ, ਜਿਹੜੇ ਗਾਵਾਂ ਨੂੰ ਆਪਣੀ ਮਾਂ ਮੰਨਦੇ ਨੇ ਜਾ ਕੇ ਪਾਉਣ, 100 ਵਾਰ ਪਾਉਣ, ਮੈਂ ਮਨਾਹੀ ਨਹੀਂ ਕਰਦਾ। ਪਰ ਘਰੇ ਮਾਂ ਬਾਪ ਨੂੰ ਤਾਂ ਪਾਣੀ ਦਾ ਘੁੱਟ ਪੁੱਛ ਲੈਣ ਕਰਨ। ਦਇਆ ਨਹੀਂ ਹੈ, ਤਰਸ ਨਹੀਂ ਹੈ ਜੀਵਨ ਦੇ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦਇਆ ਕਪਾਹ ਸੰਤੋਖ ਸੂਤ। ਅੱਜ ਹੈ ਸੰਤੋਖ ਸਾਡੇ ਜੀਵਨ ਦੇ ਵਿੱਚ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਜਤ ਦਾ ਭਾਵ ਹੈ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਰੋਕਣਾ।
ਹੁਣ ਜਿਹੜੇ ਬਾਬੇ ਡੇਰੇਦਾਰਾਂ ਦੇ ਵਿੱਚ ਬੈਠੇ ਨੇ, ਡੇਰੇ ਖੋਲ੍ਹ ਕੇ ਬੈਠੇ ਨੇ, ਤੇ ਇਹ ਵੀ ਡੇਰਿਆਂ ਦੀ ਮਰਿਆਦਾ ਸੀ ਕਿ ਜੇਕਰ ਤੁਸੀਂ ਬੇਹੰਗਮ ਰਹੋਗੇ, ਵਿਆਹ ਨਾ ਕਰਵਾਓਗੇ, ਤਾਂ ਤੁਸੀਂ ਡੇਰੇ ਦੇ ਪੈਰੋਕਾਰ ਬਣ ਸਕਦੇ। ਜੇਕਰ ਵਿਆਹ ਕਰਾਉਣਾ ਤੁਹਾਨੂੰ ਪੈਰੋਕਾਰ ਨਹੀਂ ਮੰਨਿਆ ਜਾਵੇਗਾ। ਅੱਜ ਕਈ ਵਾਰ ਕਹਿ ਦਿੰਦੇ ਨੇ ਨਾ ਕਿ ਬਾਬਾ ਜੀ ਨੇ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਇਆ। ਉੱਥੇ ਮਰਜ਼ੀ ਆਪਦੀ ਨਹੀਂ, ਪਤਾ ਹੈ ਜੇਕਰ ਵਿਆਹ ਕਰਵਾ ਲਿਆ ਤਾਂ ਡੇਰੇ ਦੇ ਅਸੀਂ ਪੈਰੋਕਾਰ ਨਹੀਂ ਬਣਾਂਗੇ, ਤੇ ਜੇਕਰ ਨਾ ਕਰਵਾਇਆ ਤਾਂ ਅਸੀਂ ਡੇਰੇ ਦੇ ਪੈਰੋਕਾਰ ਬਣ ਜਾਣਾ। ਇਸੇ ਕਰਕੇ ਘਰ ਗ੍ਰਸਤੀਆਂ ਛੱਡ ਕੇ, ਗ੍ਰਸਤ ਜੀਵਨ ਤੋਂ ਭਗੌੜੇ ਹੋ ਕੇ, ਜ਼ਿੰਮੇਵਾਰੀ ਤੋਂ ਭਗੌੜੇ ਹੋ ਕੇ ਜੰਗਲਾਂ ਦੇ ਵਿੱਚ ਜੋਗੀ ਲੋਕ ਜਾਂਦੇ ਸਨ, ਤੇ ਇਹਨਾਂ ਨੇ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ। ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਬਲਾਤਕਾਰ ਵਾਲੀਆਂ ਘਟਨਾਵਾਂ ਵਾਪਰਦੀਆਂ ਨੇ ਨਾ, ਜਦੋਂ ਇਹ ਕੇਸ ਸਾਹਮਣੇ ਆਉਂਦੇ ਨੇ, ਫਿਰ ਪਤਾ ਲੱਗਦਾ ਹੈ ਕਿ ਬਾਬਾ ਜੀ ਕਿੰਨੇ ਕੁ ਪਾਣੀ 'ਚ ਸਨ। ਇਹ ਘਟਨਾਵਾਂ ਅੱਜ ਵਾਪਰ ਰਹੀਆਂ ਨੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਤ ਗੰਢੀ ਸੱਤ ਵੱਟ। ਜਤ ਭਾਵ ਆਪਣੇ ਆਪ ਨੂੰ ਵਿਕਾਰਾਂ ਵੱਲ ਰੋਕਣਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪਿੱਛੇ ਵੀ ਸ਼ਲੋਕ ਸਮਝ ਕੇ ਆਏ ਆ ਕਿ ਜਤੀ ਸਜਾਵੈ ਜੁਗਤ ਨ ਜਾਣੈ ਛੱਡ ਕਹਿ ਬਹਿ ਘਰ ਬਾਰ। ਜਤੀ ਤਾਂ ਆਪਣੇ ਆਪ ਨੂੰ ਖਵਾਉਂਦੇ ਨੇ, ਪਰ ਜੀਵਨ ਜਿਉਣ ਦੀ ਜੁਗਤ ਨਹੀਂ, ਤਰੀਕਾ ਨਹੀਂ ਹੈ। ਛੱਡ ਬਹਿ ਘਰ ਬਾਰ, ਆਪਣਾ ਘਰ ਬਾਰ ਛੱਡ ਕੇ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਕੇ ਜੰਗਲਾਂ ਵੱਲ ਨੂੰ ਭੱਜਣ। ਜਤੀ ਸਜਾਵੈ ਜੁਗਤ ਨ ਜਾਣੈ ਛੱਡ ਬਹਿ ਘਰ ਬਾਰ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਤ ਗੰਢੀ ਸੱਤ ਵੱਟ। ਸੱਤ ਭਾਵ ਉੱਚਾ ਆਚਰਣ, ਕਰੈਕਟਰ। ਅੱਜ ਹੈ ਸਾਡਾ ਕਿਤੇ ਕਰੈਕਟਰ ਚੰਗਾ? ਕਰੈਕਟਰ ਦਾ ਬੰਦੇ ਦਾ ਬਿਲਕੁਲ ਹੀ ਨੀਵਾਂ ਹੋ ਗਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਏਡੀ ਕੀਮਤੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪਹੁੰਚਾਈ ਨਹੀਂ, ਬੱਚਿਆਂ ਤੱਕ ਅਸੀਂ ਲਗਾਏ ਨਹੀਂ, ਆਪ ਹੀ ਨਹੀਂ ਸਮਝੀ। ਅਸੀਂ ਦੂਜੇ ਮੱਤਾਂ ਤੱਕ ਹੀ ਦੇਣੀ ਸੀ, ਅਸੀਂ ਆਪ ਹੀ ਗੁਰਬਾਣੀ ਨੂੰ ਸਮਝਣ ਨਹੀਂ ਤੇ ਸਾਡਾ ਹਾਲ ਤਾਂ ਉਹ ਬਣਿਆ, ਅਸੀਂ ਖਜ਼ਾਨੇ ਉੱਤੇ ਬੈਠ ਕੇ ਤੇ ਭੀਖ ਮੰਗ ਰਹੇ ਹਾਂ, ਆਪ ਗੁਰਬਾਣੀ ਦੇ ਖਜ਼ਾਨੇ ਨੂੰ ਪੜ੍ਹਨ ਨੂੰ ਤਿਆਰ ਹੀ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਪਾਦਨਾ ਕਰਾਈ ਸੀ, ਪੜ੍ਹਨ ਦੀ ਜ਼ਿੰਮੇਵਾਰੀ ਅੱਗੇ ਸਾਡੀ ਸੀ, ਪਰ ਅਸੀਂ ਆਪ ਬਾਣੀ ਪੜ੍ਹਨ ਨੂੰ ਤਿਆਰ ਨਹੀਂ ਪੜ੍ਹੀ, ਤਾਂ ਹੀ ਭਰਮ ਭੁਲੇਖੇ ਸਾਡੇ ਅੰਦਰ ਪਾਏ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਜਨੇਊ ਪਾਉਣ ਨੂੰ ਤਿਆਰ ਆ, ਪਰ ਆ ਜਨੇਊ ਹੈਗਾ ਤੇਰੇ ਕੋਲ ਦਇਆ ਕਪਾ। ਕਪਾਹ ਦੀ ਥਾਂ ਦਇਆ, ਸੂਤ ਦੀ ਥਾਂ ਸੰਤੋਖ, ਜਤ ਗੰਢੀ ਸੱਤ ਵੱਟ। ਜੇ ਤੇਰੇ ਕੋਲ ਵਿਕਾਰਾਂ ਵੱਲੋਂ ਰੋਕਣਾ ਆਪਣੇ ਆਪ ਨੂੰ ਅਤੇ ਉੱਚੇ ਆਚਰਣ ਵਾਲਾ ਜਨੇਊ ਹੈ, ਤਾਂ ਪਾਤਸ਼ਾਹ ਜੀ ਕਹਿੰਦੇ ਇਹ ਜਨੇਊ ਜੀ ਕਾ ਹਰੀ ਤਾਂ ਪਾਂਡੇ ਘੱਤ। ਜੇਕਰ ਤੇਰੇ ਕੋਲ ਇਹ ਜਨੇਊ ਹੈ ਤਾਂ ਮੈਨੂੰ ਪਾ ਦੇ, ਮੈਂ ਪਾਉਣ ਨੂੰ ਤਿਆਰ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਨਹੀਂ ਕੀਤੀ ਕਿ ਮੈਂ ਜਨੇਊ ਨਹੀਂ ਪਾਵਾਂਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆਹ ਗੁਣਾਂ ਵਾਲਾ ਜਨੇਊ ਹੈ ਤੇ ਮੈਨੂੰ ਪਾ ਦੇ, ਮੈਂ ਪਾਉਣ ਨੂੰ ਤਿਆਰ ਹਾਂ। ਪਾਤਸ਼ਾਹ ਜੀ ਕਹਿੰਦੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। ਪਾਤਸ਼ਾਹ ਜੀ ਕਹਿੰਦੇ ਨਾ ਇਹ ਟੁੱਟਦਾ, ਨਾ ਇਹ ਟੁੱਟੇ, ਨਾ ਮਲ ਲੱਗੈ, ਨਾ ਮੈਲ ਲੱਗਦੀ ਹੈ, ਨਾ ਇਹ ਜਲੈ ਨਾ ਜਾਏ, ਇਹ ਨਾ ਛੱਡਦਾ ਹੈ ਤੇ ਨਾ ਹੀ ਛੱਡ ਕੇ ਜਾਂ ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। ਧਨ ਨੇ ਉਹ ਮਨੁੱਖ ਜਿਨ੍ਹਾਂ ਨੇ ਆਪਣੇ ਮਨ ਦੇ ਉੱਤੇ ਇਹ ਗੁਣਾਂ ਵਾਲਾ ਜਨੇਊ ਪਾਇਆ ਤੇ ਵੱਡੀਆਂ ਭਾਗਾਂ ਵਾਲੇ ਬਣੇ। ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ, ਜਿਨ੍ਹਾਂ ਨੇ ਇਹ ਗੁਣਾਂ ਵਾਲਾ ਜਨੇਊ ਆਪਣੇ ਮਨ ਦੇ ਉੱਤੇ ਪਾਇਆ ਹੈ। ਹੁਣ ਜੇਕਰ ਅਸੀਂ ਹਿੰਦੂ ਮਤ ਦੀ ਗੱਲ ਕੀਤੀ ਹੈ ਕਿ ਜਨੇਊ ਪਾਉਣ ਦੇ ਨਾਲ ਬੰਦਾ ਧਰਮੀ ਨਹੀਂ ਬਣ ਜਾਂਦਾ, ਤਾਂ ਜੇਕਰ ਸਾਨੂੰ ਕੋਈ ਸਵਾਲ ਕਰ ਦੇਵੇ ਕੱਲ੍ਹ ਨੂੰ ਕਿ ਜੇ ਤੁਸੀਂ ਆਪਣੇ ਸਰੀਰ ਦੇ ਉੱਤੇ ਸ਼ਰੀਸਾ ਪਾਇਆ, ਕੰਘਾ ਲਾਇਆ, ਕੇਸ ਰੱਖੇ ਨੇ, ਕਛਹਿਰਾ ਪਾਇਆ, ਕੜਾ ਪਾਇਆ ਹੋਇਆ ਕਿ ਤੁਸੀਂ ਧਰਮੀ ਹੋ, ਤਾਂ ਮੈਂ ਤਾਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਿ ਖੰਡੇ ਦੀ ਪਹੁ ਲੈਣ ਦੇ ਨਾਲ ਵੀ ਕੋਈ ਬੰਦਾ ਧਰਮੀ ਨਹੀਂ ਬਣ ਜਾਂਦਾ। ਸਰੀਰ ਨੇ ਖੰਡੇ ਦੀ ਪਹੁ ਲਈ ਹੈ, ਅੰਮ੍ਰਿਤ ਮਨ ਨੇ ਛਕਣਾ। ਜਿੱਦਣ ਮਨ ਨੇ ਅੰਮ੍ਰਿਤ ਛਕ ਲਿਆ, ਜੀਵਨ ਨੇ ਸਚਿਆਰਾ ਉਦਣ ਬਣਨਾ ਹੈ। ਜੀਵਨ ਦੇ ਅੰਦਰ ਕ੍ਰਾਂਤੀ ਉਦੋਂ ਆਉਣੀ, ਤਬਦੀਲੀ ਉਦੋਂ ਆਉਣੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ।